हे प्राणनाथ गोबिंद है, कृपा निधान जगत गुरु। हे संसार ताप हरण है, करुणा मैं सब दुख हरो हो। हे शरण जोग दयाल है, दीनानाथ मया करहो। शरीर स्वस्थ खीण समय, सिमरंत नानक राम दामोदर माधव है। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। भाग ठड़े हर संत तुम्हारे, जिन घर धन हर नामा। प्रवान गणी सेई एह आए, सफल तिना के कामा। सा मत देहो दयाल प्रभ, जित तुम्हें आराधा। नानक मंगै दान प्रभ, रीन पग सादा। बेसुमार अथाह, अगणत अतुलै। ज्यों बुलावो त्यों नानक दास बोलै। सगल द्वार को छाड़ के, गह्यो तुहारो द्वार। बाहें गहें की लाज आस, गोबिंद दास तुहार। एक ओंकार सतगुर प्रसाद। श्री वाहिगुरु जी की फतेह। जाप श्री मुखवाक पातशाही दसवीं। छपै छंद तो प्रसाद। चक्कर चिन्ह अर बरन जात, अर पात नहन जेहे। रूप रंग अर रेख भेख, को कह ना सकत केहे। अचल मूरत अनभव प्रकाश, अमित तोज कहिजै। कोट इंदर इंदराण, साहे साहान गणिजै।
ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਪਦਦ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਜਬਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਉੱਪਰ ਪਰਮ ਪੂਜਨੀਕ ਮਹਾਂਪੁਰਸ਼ ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ ਜਿਨ੍ਹਾਂ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣੇ ਪਵਿੱਤਰ ਸਥਾਨ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਬਖਸ਼ਿਸ਼ ਕਰਕੇ ਦਿੱਤੀ ਹੈ। ਮਹਾਂਪੁਰਸ਼ਾਂ ਦਾ ਪਵਿੱਤਰ ਸਥਾਨ ਔਰ ਸੰਤਾਂ ਦੀ ਅਗਵਾਈ ਦੇ ਵਿੱਚ ਸਤਿਗੁਰੂ ਜੀ ਦੀ ਗੁਰਬਾਣੀ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਦੋਵੇਂ ਸਮੇਂ ਗੁਰਬਾਣੀ ਦੀ ਕਥਾ ਇਤਿਹਾਸ ਦੀ ਕਥਾ ਔਰ ਹਰ ਸੰਗਰਾਂਦ ਤੇ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਅੰਦਰ ਦੀਵਾਨ ਸਜਦੇ ਹਨ। ਸੋ ਬਾਬਾ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਗੁਰਮਤਿ ਦੇ ਪ੍ਰਚਾਰ ਵਾਸਤੇ ਜਾਪ ਸਾਹਿਬ ਦੀ ਪਵਿੱਤਰ ਕਥਾ ਇਸ ਸਥਾਨ ਤੇ ਆਰੰਭ ਕੀਤੀ ਜਾਵੇ, ਤਾਂ ਕਰਕੇ ਆਪ ਸੰਗਤਾਂ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ ਜਾ ਰਹੀ ਹੈ। ਆਓ ਬੜੇ ਪ੍ਰੇਮ ਦੇ ਨਾਲ ਸਾਹਿਬ ਕਮਾਲ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼੍ਰੀ ਮੁਖ ਵਾਕ ਬਾਣੀ ਪਵਿੱਤਰ ਬਾਣੀ ਦੀ ਕਥਾ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੋ। ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਵਾਲ ਕੀਤਾ ਜਾਂਦਾ ਹੈ ਕਿ ਸੱਚੇ ਪਾਤਸ਼ਾਹ ਨੇ ਇਹ ਆਪਣੀ ਦਸਮ ਦੀ ਪਵਿੱਤਰ ਬਾਣੀ ਕਿਉਂ ਰਚੀ, ਜਦੋਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਾਜ਼ਰ ਸੀ, ਵੱਡੇ ਸਤਿਗੁਰਾਂ ਦੀ ਬਾਣੀ ਹਾਜ਼ਰ ਸੀ। ਦਸਮ ਦੀ ਬਾਣੀ ਕਿਉਂ ਰਚੀ ਗਈ? ਜਥੇਬੰਦੀ ਅੰਦਰ ਜਾਂ ਦਸਮ ਦੀ ਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਪ੍ਰਣਾਲੀ ਅੰਦਰ ਇਹ ਉਥਾਨਕਾ ਦੱਸੀ ਜਾਂਦੀ ਹੈ ਸਮੁੱਚੇ ਸ੍ਰੀ ਦਸਮ ਗ੍ਰੰਥ ਦੀ ਬਾਣੀ ਦੀ ਕਿ ਦੀਨਾਨਾਥ ਨਿਮਾਣਿਆਂ ਦੇ ਮਾਣ ਸ਼ਰਨ ਆਇਆਂ ਦੀ ਲਾਜ ਰੱਖਣ ਵਾਲੇ ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਬਿਰਾਜਮਾਨ ਸਨ।
ਖਾਲਸੇ ਦੇ ਸਿੱਖ ਸੰਗਤਾਂ ਨੇ ਤੇ ਸਤਿਗੁਰੂ ਜੀ ਦੇ ਹਜ਼ੂਰੀ ਕਵੀ 52 ਕਵੀਆਂ ਨੇ, ਕਵੀ ਭਾਈ ਧੰਨਾ ਸਿੰਘ ਜੀ ਜਾਂ ਚੰਦਨ ਕਵੀ ਵਰਗੇ ਮਹਾਨ ਵਿਦਵਾਨ, ਇਹਨਾਂ ਵੱਲੋਂ ਖਾਲਸੇ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਸੱਚੇ ਪਾਤਸ਼ਾਹ ਗਰੀਬ ਨਵਾਜ ਕੋਈ ਐਸੀ ਬਾਣੀ ਰਚੋ ਜਿਹੜੀ ਸ਼ਾਂਤ ਰੂਪ ਵੀ ਹੋਵੇ, ਰਜੋ ਗੁਣ ਰੂਪ ਵੀ ਹੋਵੇ, ਤੇ ਮਾਫ ਕਰਨਾ ਤਮੋ ਗੁਣ ਰੂਪ ਵੀ ਹੋਵੇ। ਸਤਿਗੁਰੂ ਜੀ ਨੇ ਖਾਲਸੇ ਦੀ ਬੇਨਤੀ ਸੁਣੀ ਕਿ ਐਸੀ ਬਾਣੀ ਹੋਵੇ ਕਿ ਧਰਮ ਯੁੱਧ ਦਾ ਸਮਾਂ ਹੈ, ਵੀਰ ਰਸ ਦਾ ਚਾਅ ਪੈਦਾ ਹੋਵੇ ਤੇ ਨਾਲ ਪਰਿਵਾਰ ਦਾ ਮੋਹ ਵੀ ਟੁੱਟੇ, ਕਿਉਂ ਇਸਤਰੀ ਪੁੱਤਰ ਆਦਿਕ ਦਾ ਮੋਹ ਧਰਮ ਯੁੱਧ ਕਰਨ ਵਾਸਤੇ ਬੜਾ ਵੱਡਾ ਪ੍ਰਤੀਬੰਧਕ ਆ। ਇਸ ਪਾਸੇ ਤੁਰ ਨਹੀਂ ਦਿੰਦਾ। ਜਿਹਨੂੰ ਪਰਿਵਾਰ ਦੀ ਯਾਦ ਆ ਗਈ ਉਹਨੇ ਧਰਮ ਦੇ ਯੁੱਧ 'ਚ ਨਹੀਂ ਕਰੀ ਜਾਣਾ, ਉਹ ਮੋਹ ਦੇ ਵਿੱਚ ਪੈ ਜਾਂਦਾ ਹੈ। ਅਜੇ ਇਹ ਵਿਚਾਰ ਚੱਲਦੀ ਪਈ ਸੀ ਕਿ ਕਾਂਸ਼ੀ ਰਾਮ ਪੰਡਤ, ਕਾਂਸ਼ੀ ਦੇ ਰਹਿਣ ਵਾਲਾ ਵਿਦਵਾਨ, ਜਿਸ ਨੇ ਇਹ ਸੁਣਿਆ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਈਸ਼ਵਰ ਦਾ, ਵਾਹਿਗੁਰੂ ਦਾ ਸਾਖਸ਼ਾਤ ਰੂਪ ਨੇ, ਪ੍ਰਤੱਖ ਜ਼ਾਹਰ ਕਲਾ ਨੇ, ਆਪ ਵਾਹਿਗੁਰੂ ਪਰਮੇਸ਼ਰ ਦਾ ਸਰਗੁਣ ਰੂਪ ਨੇ। ਇਹ ਉਸਤਤ ਸੁਣ ਕੇ ਉਹਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ ਸੀ ਕਿ ਜੇ ਸੱਚੇ ਪਾਤਸ਼ਾਹ ਵਾਕਿਆ ਹੀ ਐਸੇ ਨੇ ਜਿੱਦਾਂ ਦੇ ਸੁਣੇ ਨੇ ਤਾਂ ਮੇਰੀ ਇੱਛਾ ਪੂਰੀ ਕਰਨ। ਜਿਹੜਾ ਧਾਰਮਿਕ ਗ੍ਰੰਥਾਂ ਵਿੱਚ ਚਤੁਰਭੁਜ ਰੂਪ ਵਰਣਨ ਕੀਤਾ ਹੈ, ਉਸ ਪੁਰਾਤਨ ਰੂਪ ਦੇ ਵਿੱਚ ਮੈਨੂੰ ਦਰਸ਼ਨ ਦੇਣ ਤੇ ਕੋਈ ਉੱਤਮ ਫਲ ਜੋ ਉਹਨਾਂ ਦੀ ਹਜ਼ੂਰੀ ਵਿੱਚ ਸੰਗਤ ਨੇ ਚੜਾਇਆ ਹੋਵੇ ਉਹ ਵੀ ਦੇਣ। ਫਿਰ ਮੈਂ ਮੰਨਾਂਗਾ ਕਿ ਵਾਕਿਆ ਹੀ ਉਹ ਜ਼ਾਹਰ ਕਲਾ ਨੇ, ਈਸ਼ਵਰ ਦੀ, ਪਰਮੇਸ਼ਰ ਦੀ ਪ੍ਰਤੱਖ ਰੂਪ ਨੇ ਵਾਹਿਗੁਰੂ ਦਾ। ਇਹ ਇੱਛਾ ਧਾਰ ਕੇ ਸ੍ਰੀ ਅਨੰਦਪੁਰ ਸਾਹਿਬ ਆਉਂਦਾ ਹੈ। ਅੱਗੇ ਖਾਲਸੇ ਦਾ ਦਰਬਾਰ ਲੱਗਾ ਹੈ ਤੇ ਬਾਣੀ ਬਾਰੇ ਬੇਨਤੀ ਕਰ ਰਹੇ ਨੇ। ਸਤਿਗੁਰੂ ਜੀ ਨੇ ਇਹਦੇ ਮਨ ਦੀ ਇੱਛਾ ਪੂਰੀ ਕਰਨ ਵਾਸਤੇ ਤਰਸ ਕੀਤਾ, ਰਹਿਮਤ ਕੀਤੀ, ਕਿਰਪਾ ਕੀਤੀ, ਮਿਹਰ ਦੇ ਘਰ 'ਚ ਆਏ। ਇਸ ਬ੍ਰਾਹਮਣ ਦੀ ਇੱਛਾ ਪੂਰਤੀ ਵਾਸਤੇ ਚਤੁਰਭੁਜ ਰੂਪ ਦੇ ਵਿੱਚ ਦਰਸ਼ਨ ਦਿੱਤੇ, ਜੋ ਪੁਰਾਣਾ ਰੂਪ ਭਗਵਾਨ ਦਾ ਮੰਨਿਆ ਗਿਆ ਹੈ, ਗ੍ਰੰਥਾਂ ਦੇ ਵਿੱਚ ਚਿਤਰਿਆ ਗਿਆ ਹੈ। ਸਰਗੁਣ ਰੂਪ 'ਚ ਦਰਸ਼ਨ ਦਿੱਤੇ। ਬਾਕੀ ਸਾਰੇ ਖਾਲਸੇ ਨੂੰ ਉਸੇ ਤਰ੍ਹਾਂ ਹੀ ਦਰਸ਼ਨ ਹੋਣ ਜਿੱਦਾਂ ਪਹਿਲਾਂ ਬੈਠੇ ਰਹੇ, ਪਰ ਇਸ ਬ੍ਰਾਹਮਣ ਨੂੰ ਚਤੁਰਭੁਜ ਰੂਪ 'ਚ ਦਰਸ਼ਨ ਹੋਏ। ਇੰਨੇ ਚਿਰ ਨੂੰ ਕਾਬਲ ਦੀ ਸੰਗਤ ਆਈ। ਉਹਨਾਂ ਨੇ ਬੜੇ ਬੇਸ਼ਕੀਮਤੀ ਪਦਾਰਥ ਸੱਚੇ ਪਾਤਸ਼ਾਹ ਨੂੰ ਭੇਟ ਕੀਤੇ। ਉਹਨਾਂ ਪਦਾਰਥਾਂ ਦੇ ਵਿੱਚੋਂ ਇੱਕ ਉੱਤਮ ਫਲ ਲੈ ਕੇ ਮਹਾਰਾਜ ਨੇ ਪੰਡਤ ਜੀ ਨੂੰ ਇਸ਼ਾਰਾ ਕੀਤਾ ਵੀ ਹੱਥ ਅੱਗੇ ਕਰ, ਤੇ ਉਸ ਪੰਡਤ ਕਾਂਸ਼ੀ ਰਾਮ ਨੂੰ ਦੇ ਦਿੱਤਾ। ਪੰਡਤ ਵਿਰਾਗ ਦੇ ਵਿੱਚ ਆ ਗਿਆ ਕਿ ਇੱਥੇ ਤੇ ਸੋਚਣ ਤੋਂ ਪਹਿਲਾਂ ਹੀ ਸਭ ਕੁਝ ਜਾਣਦੇ, ਮਿੰਟ ਬੋਲਿਆ ਸਭ ਕੁਝ ਜਾਣਦਾ, ਐਸੀ ਸਮਰੱਥਾ ਦੇ ਮਾਲਕ ਨੇ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿੰਨਾ ਚਿਰ ਤੁਹਾਡਾ ਸਰੀਰ ਰਹੇਗਾ ਉਹਨਾਂ ਚਿਰ ਭੋਗ ਮੋਖ ਸ਼ਾਂਤੀ ਮਿਲਦੀ ਰਹੇਗੀ, ਪਰ ਜਿੱਦਣ ਇਹ ਸਰੀਰ ਨਾ ਰਿਹਾ ਕੁਝ ਉਦਣ ਦਾ ਵੀ ਪਰਉਪਕਾਰ ਕਰੋ, ਉਪਰਾਲਾ ਕਰੋ, ਕੁਝ ਐਸੀ ਬਾਣੀ ਉਚਾਰਨ ਕਰੋ
ਕਿ ਆਪ ਜੀ ਦੇ ਸਰੀਰ ਤੋਂ ਬਾਅਦ ਵੀ ਤੁਹਾਡੀਆਂ ਸਿੱਖ ਸੰਗਤਾਂ ਦਾ ਭਲਾ ਹੁੰਦਾ ਰਹੇ। ਤਾਂ ਸਤਿਗੁਰੂ ਜੀ ਨੇ ਪੰਡਤ ਜੀ ਨੂੰ ਆਖਿਆ ਕਿ ਤੁਹਾਡੇ ਤੋਂ ਪਹਿਲਾਂ ਸਿੱਖਾਂ ਨੇ ਬੇਨਤੀ ਕੀਤੀ ਹੈ ਤੇ ਉੱਤੇ ਵਿਚਾਰ ਚੱਲਦੀ ਪਈ ਹੈ, ਪਰ ਪੰਡਤ ਜੀ ਸ਼ਾਂਤੀ, ਭੋਗ, ਮੋਖ ਇਹ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਿੰਦੀ ਹੈ। ਜੋ ਮੰਗੋਗੇ ਮਿਲੇਗਾ, ਪਰ ਪੜ੍ਹਨੀ ਗੁਰਬਾਣੀ ਪਵੇਗੀ। ਤੇ ਮਹਾਂਪੁਰਸ਼ ਦੱਸਦੇ ਨੇ, ਗੁਰਬਾਣੀ ਦੱਸਦੀ ਹੈ, ਸੰਤ ਦੱਸਦੇ ਨੇ ਵੀ ਕਰਨੀ ਸੇਵਾ ਪਵੇਗੀ। ਪਰ ਹੁਣ ਸਮਾਂ ਹੈ ਯੁੱਧਾਂ ਦਾ, ਧਰਮ ਯੁੱਧ ਚੱਲਦੇ ਪਏ ਨੇ, ਜ਼ਬਰ ਜ਼ੁਲਮ ਦੇ ਖਿਲਾਫ ਲੜਾਈ ਚੱਲ ਰਹੀ। ਇਸ ਕਰਕੇ ਸਾਨੂੰ ਖਾਲਸੇ ਨੇ ਬੇਨਤੀ ਕੀਤੀ ਹੈ ਕਿ ਐਸੀ ਬਾਣੀ ਉਚਾਰਨ ਕਰੋ ਕਿ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਨਾ, ਕਾਇਰ ਹੋ ਚੁੱਕੇ ਨੇ, ਬੁਜ਼ਦਲ ਹੋ ਚੁੱਕੇ ਨੇ, ਇਹਨਾਂ ਵਿੱਚ ਵੀਰ ਰਸ ਭਰਿਆ ਜਾਵੇ ਤੇ ਜ਼ਬਰ ਜ਼ੁਲਮ ਦੇ ਖਿਲਾਫ ਇਹ ਉੱਠਣ, ਬੋਲਣ, ਯਤਨ ਕਰਨ। ਇਹ ਖਾਲਸੇ ਦੀ ਤੇ ਪੰਡਤ ਕਾਂਸ਼ੀ ਰਾਮ ਦੀ ਬੇਨਤੀ ਨੂੰ ਮੰਨ ਕੇ ਫਿਰ ਸਤਿਗੁਰਾਂ ਨੇ 3 ਤਰ੍ਹਾਂ ਦੀ ਬਾਣੀ ਉਚਾਰਨ ਕੀਤੀ। ਪਹਿਲੀ ਸਤੋਗੁਣੀ, ਜਿਹਨੂੰ ਸ਼੍ਰੀ ਮੁਖ ਵਾਕ ਕਹਿੰਦੇ, ਜਿਹੜੀ ਬ੍ਰਹਮ ਗਿਆਨ ਦੇਣ ਵਾਲੀ ਹੈ, ਵਾਹਿਗੁਰੂ ਨਾਲ ਮਿਲਾਉਣ ਵਾਲੀ ਹੈ। ਉਹ ਕੀ ਹੈ? ਸ੍ਰੀ ਜਾਪ ਸਾਹਿਬ, ਸ੍ਰੀ ਅਕਾਲ ਉਸਤਤ। ਦੂਸਰੀ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਹੈ ਵੀਰ ਰਸੀ। 24 ਅਵਤਾਰ ਨੇ, ਬਚਿੱਤਰ ਨਾਟਕ ਹੈ, ਜਿਹੜੀ ਵੀਰ ਰਸ ਪੈਦਾ ਕਰਦੀ ਹੈ, ਧਰਮ ਯੁੱਧ ਦਾ ਚਾਅ ਪੈਦਾ ਕਰਦੀ ਹੈ ਤੇ ਦੱਸਦੀ ਹੈ ਕਿ ਅਬ ਜੂਝਨ ਕੋ ਦਾਓ, ਤੇ ਪ੍ਰੇਰਨਾ ਦਿੰਦੀ ਹੈ, ਧਨ ਜੀਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ। ਤੇ ਤੀਸਰੀ ਬਾਣੀ ਹੈ ਰਜੋਗੁਣੀ। ਉਹ ਕਿਹੜੀ ਹੈ? ਚਰਿੱਤਰ। ਇਸਤਰੀ ਦਾ ਮੋਹ ਨਾ ਰਵੇ, ਪਰਿਵਾਰ ਦਾ ਮੋਹ ਨਾ ਰਵੇ। ਇਹ 3 ਤਰ੍ਹਾਂ ਦੀ ਬਾਣੀ ਪੂਰੇ ਦਸਮ ਗ੍ਰੰਥ ਦੇ ਵਿੱਚ ਆਉਂਦੀ, ਜਿਹਦੇ ਵਿੱਚੋਂ ਸਿੱਖਿਆ ਚਰਿੱਤਰਾਂ ਤੋਂ ਮਿਲਦੀ ਹੈ। ਵੀਰ ਰਸ ਦਾ ਚਾਅ ਬਚਿੱਤਰ ਨਾਟਕ, ਚੰਡੀ ਦੀ ਵਾਰ, ਚੰਡੀ ਚਰਿੱਤਰ ਤੋਂ ਪੈਦਾ ਹੁੰਦਾ ਹੈ। 24 ਅਵਤਾਰਾਂ ਤੋਂ ਸਿੱਖਿਆ ਪ੍ਰਾਪਤ ਹੁੰਦੀ ਹੈ ਤੇ ਸਿਮਰਨ, ਭਗਤੀ ਤੇ ਨਿੱਤ ਦੇ ਜਾਪ ਵਾਸਤੇ ਸ੍ਰੀ ਅਕਾਲ ਉਸਤਤ, ਜਾਪ ਸਾਹਿਬ ਤੇ ਬਚਿੱਤਰ ਨਾਟਕ ਵਰਗੀਆਂ ਪਵਿੱਤਰ ਬਾਣੀਆਂ ਨੇ, ਵਾਹਿਗੁਰੂ ਨਾਲ ਮਿਲਾਉਣ ਵਾਲੀਆਂ। ਤਾਂ ਇਹ ਬੇਨਤੀ ਮੰਨ ਕੇ ਸ੍ਰੀ ਦਸਮ ਗ੍ਰੰਥ ਦੀ, ਖਾਲਸੇ ਦੀ ਬੇਨਤੀ, ਹੋਰ ਸਿੱਖ ਸੰਗਤਾਂ ਦੀ ਬੇਨਤੀ, ਪੰਡਤ ਕਾਂਸ਼ੀ ਰਾਮ ਦੀ ਬੇਨਤੀ ਨੂੰ ਮੰਨ ਕੇ ਮਹਾਰਾਜ ਨੇ ਗੁਰਬਾਣੀ ਉਚਾਰਨ ਕੀਤੀ। ਅੱਜ ਵੀ ਜੇ ਧਿਆਨ ਮਾਰੀਏ ਨਾ, 3 ਤਰ੍ਹਾਂ ਦੇ ਸਿੱਖ ਦਿਖਦੇ ਆ। ਇੱਕ ਤੇ ਦਿਖਦੇ ਸਤੋਗੁਣੀ, ਸ਼ਾਂਤ ਸੁਭਾਅ, ਨਿਰਮਲੇ ਸੰਤ, ਉਦਾਸੀ ਸੰਤ, ਬਾਣੀ ਪੜ੍ਹਨ ਵਾਲੇ, ਰਹਿਤ ਰੱਖਣ ਵਾਲੇ, ਪਵਿੱਤਰ ਜੀਵਨ ਜੀਣ ਵਾਲੇ। ਇੱਕ ਦਿਖਦੇ ਨੇ ਵੀਰ ਰਸੀ, ਬੜੀ ਛੇਤੀ ਵੀਰ ਰਸ 'ਚ ਆ ਜਾਂਦੇ ਨੇ। ਇੱਕ ਦੇਖਦੇ ਨੇ ਰਾਜਸੀ ਸਿੱਖ, ਰਈਸ ਸਰਦਾਰ, ਦੇਖੋ ਰਾਜਨੀਤੀ ਕਰਨ ਵਾਲੇ, ਉਹ ਰਾਜਨੀਤੀ ਕਰੀ ਜਾਂਦੇ ਸਾਰੀ ਉਮਰ। ਅੱਜ ਵੀ ਜੇ ਝਾਤੀ ਮਾਰੀਏ ਤੇ 3 ਤਰ੍ਹਾਂ ਦੇ ਸਿੱਖ ਦੇਖਣ ਚਾਹੁੰਦੇ। ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਇਸ ਬਾਣੀ ਦੀ ਉਥਾਨਕਾ ਕੀ ਹੈ? ਪ੍ਰਾਕ ਕਥਨ ਕੀ ਹੈ? ਜਿਸ ਬਾਣੀ ਦੀ ਕਥਾ ਮਹਾਂਪੁਰਸ਼ਾਂ ਦੇ ਪਵਿੱਤਰ ਸਥਾਨ ਤੇ ਆਪ ਸੰਗਤਾਂ ਵੱਲੋਂ ਆਰੰਭ ਕਰਵਾਈ ਜਾ ਰਹੀ ਹੈ ਹਰ ਸ਼ਨੀਵਾਰ। ਤਾਂ ਸੰਪਰਦਾਇ ਦੇ ਵਿੱਚ ਦੱਸਿਆ ਜਾਂਦਾ ਕਿ ਇੱਕ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਭਗਤੀ ਭਾਵ ਸਿਮਰਨ ਦੇ ਵਿੱਚ ਲੀਨ ਸਨ।
ਐਸੀ ਮਨ ਦੀ ਇਕਾਗਰਤਾ ਬਣੀ ਕਿ ਵਾਹਿਗੁਰੂ ਪਰਮੇਸ਼ਰ ਨਿਰਗੁਣ ਸਰੂਪ ਦੇ ਧਿਆਨ ਚ ਲੀਨ ਸੀ, ਉਹ ਸਰਗੁਣ ਸਾਕਾਰ ਰੂਪ ਦੇ ਵਿੱਚ ਪ੍ਰਗਟ ਹੋਇਆ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਉਸ ਵਾਹਿਗੁਰੂ ਦੇ ਸਾਹਮਣੇ ਪ੍ਰਤੱਖ ਸਰੂਪ ਨੂੰ ਨਿਗਾਹ 'ਚ ਰੱਖ ਕੇ ਪਹਿਲਾਂ ਨਿਰਗੁਣ ਸਰੂਪ ਦੀ ਤੇ ਉਹਦੀ ਉਸਤਤ ਦੇ ਵਿੱਚ ਨਮਸਕਾਰ ਰੂਪ ਸਤੋਤਰ ਉਚਾਰਨ ਕੀਤਾ, ਜਿਹਦੇ ਵਿੱਚ ਨਮਸਕਾਰ ਆਵੇਗੀ। ਹਰ ਪੰਕਤੀ ਵਿੱਚ, ਹਰ ਲਾਈਨ ਵਿੱਚ ਨਮਸਕਾਰ ਚੱਲੇਗੀ। ਇਹਨੂੰ ਪੁਰਾਣੇ ਜਿਹੜੇ ਸਿੰਘ ਨੇ ਉਹ ਇਸ ਬਾਣੀ ਨੂੰ ਅਕਾਲ ਸਹੰਸਰਨਾਮਾ ਵੀ ਕਹਿ ਦਿੰਦੇ। ਜਿਹੜਾ ਕਾਲ ਤੋਂ ਰਹਿਤ, ਮੌਤ ਤੋਂ ਰਹਿਤ ਹੈ, ਉਹ ਵਾਹਿਗੁਰੂ ਪਰਮੇਸ਼ਰ ਦੀ ਉਸਤਤ ਸਿਫਤ ਸਲਾਹ। ਆਓ ਇਸ ਬਾਣੀ ਦੀ ਵਿਚਾਰ ਆਰੰਭ ਕਰਨ ਦਾ ਯਤਨ ਕਰੀਏ। ਗੁਰੂ ਕਿਰਪਾ ਕਰੇ, ਆਪ ਸੰਗਤਾਂ ਕਿਰਪਾ ਕਰੋ। ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨ, ਧੰਨ ਬਾਬਾ ਜਵਾਹਰ ਦਾਸ ਜੀ ਕਿਰਪਾ ਕਰਨ, ਮਹਾਂਪੁਰਖ ਕਿਰਪਾ ਕਰਨ। ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਫਰਮਾਉਂਦੇ ਨੇ, ਕੀ ਲਿਖਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲਾਂ ਸੂਖਮ ਰੂਪ ਦੇ ਵਿੱਚ ਮੰਗਲ ਕਰਦੇ ਨੇ, ਫਿਰ ਵਿਸਥਾਰ ਵਿੱਚ ਕਰਨਗੇ ਚੱਕਰ ਚਿਹਨ ਅਰ ਵਰਣ ਜਾਤ। ਤੇ ਮੰਗਲ ਕੀ ਹੈ? ਵਸਤੂ ਨਿਰਦੇਸ਼। ਇੱਕ ਦਾ ਭਾਵ ਹੁੰਦਾ ਹੈ ਦੂਜੇ ਭਾਵ ਤੋਂ ਰਹਿਤ, ਕੇਵਲ ਇੱਕ ਹੀ ਇੱਕ। ਜਾਂ ਵਿਦਵਾਨਾਂ ਨੇ ਅਰਥ ਕੀਤੇ ਨੇ, ਜਿਹੜਾ ਓੰਕਾਰ ਤੋਂ ਪਹਿਲਾਂ ਏਕਾ ਪਾਇਆ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ, ਇਹਦਾ ਦੂਜਾ ਅਰਥ ਹੁੰਦਾ ਸੂਖਸ਼ਮ ਤੋਂ ਸੂਖਸ਼ਮ। ਸੂਖਸ਼ਮ ਤੇ ਸੂਖਸ਼ਮ ਕਰ ਚੀਨੇ, ਬ੍ਰਿਧਨ ਬ੍ਰਿਧ ਬਤਾਏ। ਜਿਹੜਾ ਪਕੜ ਦੇ ਵਿੱਚ ਨਾ ਆਵੇ, ਐਸਾ ਬਰੀਕ ਮਹੀਨ। ਜਾਂ ਇੱਕ ਦਾ ਅਰਥ ਹੁੰਦਾ ਹੈ ਮੰਗਲ ਰੂਪ, ਸੁਖ ਰੂਪ। ਤਾਂ ਇੱਕ ਤੋਂ ਬਾਅਦ ਮਹਾਰਾਜ ਕੀ ਲਿਖਦੇ ਨੇ? ਓੰਕਾਰ। ਤੇ ਓੰਗ ਸ਼ਬਦ ਜਿਹੜਾ ਹੈ ਇਹਦਾ ਮੂਲ ਹੈ ਅਵ ਧਾਤੂ, ਜਿਹਦਾ ਅਰਥ ਹੁੰਦਾ ਹੈ ਫੈਲਣਾ। ਸਾਰੇ ਸੰਸਾਰ 'ਚ ਫੈਲਿਆ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਇਹਦਾ ਦੂਜਾ ਅਰਥ ਹੁੰਦਾ ਰੱਖਿਆ ਕਰਨੀ, ਉਚਾਰਨ ਮਾਤਰ ਵਿਆਕਰਨ ਅਨੁਸਾਰ। ਇੱਕ ਵਾਰੀ ਤੇਰੇ ਮੂੰਹੋਂ ਓੰਕਾਰ ਨਿਕਲ ਗਿਆ, ਵਾਹਿਗੁਰੂ ਤੇਰੀ ਰੱਖਿਆ ਕਰੇਗਾ, ਸਹਾਇਤਾ ਕਰੇਗਾ, ਬਾਂਹ ਫੜੇਗਾ। ਇਹਦਾ ਤੀਸਰਾ ਅਰਥ ਹੁੰਦਾ ਮੰਗਲ ਤੇ ਖੁਸ਼ੀ। ਇਸ ਪ੍ਰਕਾਰ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਤਾਂ ਓੰਕਾਰ ਦੇ ਵਿਦਵਾਨਾਂ ਬੜੇ ਅਰਥ ਕੀਤੇ ਨੇ। ਅੱਗੇ ਕੀ ਆ ਜਾਂਦਾ ਜੀ? ਸਤਿਗੁਰ ਪ੍ਰਸਾਦ। ਸਤਿਗੁਰ ਸ਼ਬਦ ਜਿਹੜਾ ਨਾ ਪੰਜਾਬੀ 'ਚ, ਗੁਰਮੁਖੀ 'ਚ, ਇਹਦਾ ਮੂਲ ਸੰਸਕ੍ਰਿਤ ਵਿੱਚ ਹੈ ਸਤਿਗੁਰ। ਆਪਾਂ ਤੱਤਾ ਲਾਤਾ ਹੈ, ਤੇ ਵੈਸੇ ਜਿਹੜਾ ਸੰਸਕ੍ਰਿਤ 'ਚ ਉਹ ਦੱਦੇ ਨਾਲ ਹੈ, ਸਤਿਗੁਰ। ਸੱਚ ਦਾ ਉਪਦੇਸ਼ ਦੇਣ ਵਾਲਾ, ਜਿਹਦੇ ਉਪਦੇਸ਼ ਕਰਕੇ ਅਗਿਆਨਤਾ ਮਿਟ ਜਾਂਦੀ ਹੈ ਤੇ ਸੱਚ ਦੀ ਪ੍ਰਾਪਤੀ ਹੁੰਦੀ, ਉਹਨੂੰ ਕਹਿੰਦੇ ਸਤਿਗੁਰ। ਤੇ ਪ੍ਰਸਾਦ ਕਹਿੰਦੇ ਹਨ ਕਿਰਪਾ, ਪ੍ਰਸੰਨਤਾ। ਭਾਵ ਕਿ ਇੱਕ ਜਿਹੜਾ ਅਦੁੱਤੀ ਪਰਮਾਤਮਾ ਹੈ ਓੰਕਾਰ,
ਜਿਹੜਾ ਹਰ ਥਾਂ ਤੇ ਹੈ, ਰੱਖਿਆ ਕਰਨ ਵਾਲਾ ਹੈ, ਮੰਗਲ ਰੂਪ ਹੈ, ਉਹਦੀ ਪ੍ਰਾਪਤੀ ਪੂਰੇ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ, ਤਰਸ ਨਾਲ ਹੁੰਦੀ ਹੈ। ਪਰਮਾਤਮਾ ਇੱਕ ਹੀ ਹੈ। ਹੁਣ ਜੇ ਇਸ ਗੱਲ ਦੀ ਵਿਆਖਿਆ ਵੱਲ ਤੁਰੀਏ ਤੇ ਬੜੇ ਸੋਹਣੇ ਸੋਹਣੇ ਪ੍ਰਮਾਣ ਗੁਰਬਾਣੀ ਦੇ ਵਿੱਚ ਦਿੱਤੇ ਨੇ, ਧਾਰਮਿਕ ਗ੍ਰੰਥਾਂ ਵਿੱਚ ਵੀ ਦਿੱਤੇ ਨੇ। ਸੁਖਮਣੀ ਸਾਹਿਬ ਪੜ੍ਹੀਏ, ਮਹਾਰਾਜ ਕਹਿੰਦੇ ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨ ਹਾਰਾ, ਸਗਲ ਸਮਗਰੀ ਜਾ ਕਾ ਤਨਾ। ਫੈਲਿਆ ਵਾ, ਹਰ ਜਗ੍ਹਾ ਤੇ ਬੈਠਾ। ਆਪਨ ਜਸ ਆਪ ਹੀ ਸੁਣਾ। ਪਰ ਇਸ ਗੱਲ ਨੂੰ ਕੌਣ ਬੁੱਝੂਗਾ? ਵਿਵੇਕੀ। ਬੂਝੈ ਦੇਖੈ ਕਰੈ ਵਿਵੇਕ, ਉਹਨੂੰ ਪਤਾ ਲੱਗੂਗਾ। ਆਪੇ ਏਕ ਆਪੇ ਅਨੇਕ, ਹੋਰ ਕਿਸੇ ਨੂੰ ਨਹੀਂ। ਜਿਹੜਾ ਵਿਚਾਰੇਗਾ, ਪਹਿਲਾਂ ਦੇਖੇਗਾ, ਫਿਰ ਵਿਚਾਰੇਗਾ, ਫਿਰ ਸਮਝੇਗਾ। ਬੂਝੈ ਦੇਖੈ ਕਰੈ ਵਿਵੇਕ। ਜਿਨ੍ਹਾਂ ਦੇ ਉੱਤੋਂ ਦੀ ਲੰਘ ਗਈ ਉਹਨਾਂ ਨੂੰ ਨਹੀਂ ਪਤਾ ਲੱਗੇਗਾ। ਜਿਹੜੇ ਐਸੇ ਗਿਆਨਵਾਨ ਹੋਣਗੇ ਉਹ ਦੱਸਣਗੇ ਵੀ ਆਪੇ ਏਕ ਆਪੇ ਅਨੇਕ। ਜਾਂ ਸ਼ਵੇਤਰ ਜਿਹੜਾ ਉਪਨਿਸ਼ਦ ਹੈ, ਉਹਦੇ ਵਿੱਚ ਬੜਾ ਸੋਹਣਾ ਲਿਖਿਆ ਹੈ, ਏਕੋ ਦੇਵਾ ਸਰਬ ਭੂਤੇਸ਼ੂ ਗੂੜਾ, ਸਰਬ ਵਿਆਪੀ ਸਰਬ ਭੂਤ ਅੰਤਰ ਆਤਮਾ। ਉਪਨਿਸ਼ਦਾਂ ਵਿੱਚ ਕੀ ਲਿਖਿਆ? ਏਕੋ ਦੇਵਾ। ਦੇਵਾ ਮੈਨੇ ਆਤਮਾ, ਪ੍ਰਕਾਸ਼ ਰੂਪ ਇੱਕ ਹੀ ਆਤਮਾ ਹੈ। ਸਰਬ ਭੂਤੇਸ਼ੂ ਗੂੜਾ, ਭੂਤ ਮੈਨੇ ਜੀਵ, ਸਾਰੇ ਜੀਵਾਂ ਦੇ ਅੰਦਰ ਗੂੜ ਹੋ ਕੇ, ਗੁਪਤ ਹੋ ਕੇ। ਤੂੰ ਹਿਰਦੇ ਗੁਪਤ ਗੂੜ ਵਸਹਿ ਦਿਨ ਰਾਤੀ, ਸਰਬ ਭੂਤੇਸ਼ੂ ਗੂੜਾ। ਸਰਵ ਵਿਆਪੀ, ਹਰ ਜਗ੍ਹਾ ਤੇ। ਸਰਬ ਭੂਤ ਅੰਤਰ ਆਤਮਾ, ਸਾਰਿਆਂ ਦੇ ਅੰਦਰ ਆਤਮ ਰੂਪ ਹੋ ਕੇ ਜਿਹੜਾ ਬੈਠਾ ਹੈ ਇੱਕ ਹੀ ਹੈ। ਇੱਕ ਤੋਂ ਬਿਨਾ ਹੋਰ ਕੋਈ ਨਹੀਂ। ਇੱਕ ਤੋਂ ਬਿਨਾ ਹੋਰ ਜੋ ਕੁਝ ਵੀ ਹੈ ਉਹ ਸਭ ਮਾਇਆ ਦੀ ਖੇਡ ਹੈ, ਉਹ ਸਭ ਮਾਇਆ ਹੈ। ਚਲੋ ਇੱਕ ਸਾਖੀ ਲਿਖੀ ਸੰਤਾਂ ਨੇ ਬੜੀ ਸੁੰਦਰ, ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ ਨਿਰਬਲੇ ਸੰਤਾਂ ਨੇ। ਉਹ ਕਹਿੰਦੇ ਨੇ ਵੀ ਜਿਹੜੇ ਸਵਾਮੀ ਵਿਵੇਕਾਨੰਦ ਜੀ ਸੀ, ਅੱਜ ਕੱਲ ਦੀ ਦੁਨੀਆ ਵਾਂਗ ਉਹ ਆਧੁਨਿਕ ਵਿਦਿਆ, ਦੁਨਿਆਵੀ ਵਿਦਿਆ ਬਹੁਤ ਪੜ੍ਹੇ ਸੀ ਤੇ ਹਿਰਦਾ ਬੜਾ ਸਾਫ਼ ਸੀ ਉਹਨਾਂ ਦਾ। ਨਿਮਰਤਾ ਵਾਲੇ ਸੀ, ਭਗਤੀ ਵਾਲੇ ਸੀ, ਭਾਵਨਾ ਵਾਲੇ ਸੀ, ਪਰ ਦੁਨਿਆਵੀ ਵਿਦਿਆ ਬਹੁਤੀ ਪੜ੍ਹੇ ਸੀ। ਚੰਗੇ ਮਿਹਨਤੀ ਸਨ ਤੇ ਉਹ ਦੁਨਿਆਵੀ ਵਿਦਿਆ ਦੇ ਅਸਰ ਕਰਕੇ ਇੰਨਾ ਕਿਤੇ ਉਹਨਾਂ 'ਚ ਭਾਵਨਾ ਸੀ ਵੀ ਜੀਵ ਹੈ ਤੇ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਪਰਮਾਤਮਾ ਹੈ। ਇੰਨੀ ਕੁ ਭਾਵਨਾ ਸੀ ਉਹਨਾਂ 'ਚ, ਪਰ ਉਹ ਇੱਕ ਗੱਲ ਨਹੀਂ ਸੀ ਮੰਨਦੇ ਵੀ ਇੱਕ ਹੀ ਹੈ, ਹਰ ਥਾਂ ਤੇ ਇੱਕ ਹੀ ਹੈ, ਹਰ ਇੱਕ ਦੇ ਅੰਦਰ ਇੱਕ ਹੀ ਹੈ, ਬਾਹਰ ਵੀ ਇੱਕ ਹੀ ਹੈ। ਇਸ ਗੱਲ ਨੂੰ ਉਹ ਸਵੀਕਾਰ ਨਹੀਂ ਸੀ ਕਰਦੇ ਤੇ ਉਹ ਬੜੀ ਤਗੜੀ ਦਲੀਲ ਦਿੰਦੇ ਸੀ ਤੇ ਮਖੌਲ ਕਰਦੇ ਹੁੰਦੇ ਸਨ। ਜਦੋਂ ਉਹਨਾਂ ਨੂੰ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਜਿਹੜੇ ਬ੍ਰਹਮ ਗਿਆਨੀ ਮਹਾਤਮਾ ਮਿਲੇ ਤਾਂ ਇੱਕ ਦਿਨ ਅਤਵੈਦਵਾਦ ਦੀ ਗੱਲ ਚੱਲੀ। ਕਿਉਂ ਸਵਾਮੀ ਰਾਮ ਕ੍ਰਿਸ਼ਨ ਦਾ ਸੁਭਾਅ ਸੀ, ਜੇ ਕੋਈ ਦਰਸ਼ਨ ਕਰਨ ਆਵੇ ਉਹਨਾਂ 2-4 ਮਿੰਟ ਵੇਖਣਾ, ਉਹਨਾਂ ਫਿਰ ਕਹਿਣਾ ਦਰਸ਼ਨ ਹੋ ਗਏ, ਜਾਓ ਜਾ ਕੇ ਹੁਣ ਕੋਈ ਮੰਦਰ ਵੇਖੋ, ਇੱਥੇ ਨਾ ਵੋ ਨਾ ਉੱਠੇ ਤੇ ਉਹਨਾਂ ਅਦਵੈਤਵਾਦ ਦੀ ਵਿਚਾਰ ਕਰਨ ਲੱਗ ਪੈਣੀ। ਅਦਵੈਤਵਾਦ ਜਿਹੜਾ ਉਹ ਖੁਸ਼ਕ ਆ, ਜਿਵੇਂ ਕਈ ਮਹਾਤਮਾ ਹੁੰਦੇ ਨਾ ਹੀ ਕੋਈ ਉੱਠੇ ਤੇ ਸੁਖਮਨੀ ਸਾਹਿਬ ਸ਼ੁਰੂ ਕਰ ਲਿਆ, ਨਾ ਮੁੱਕੇ ਤੇ ਨਾ ਜਾਨ ਛੁੱਟੇ।
ਉਹ ਆਪੇ ਹੀ ਭੱਜ ਜਾਂਦਾ ਅੱਧੇ ਘੰਟੇ ਬਾਅਦ ਉੱਠ ਕੇ ਜਾਂ 15 ਮਿੰਟਾਂ ਬਾਅਦ ਵੀ ਸੁਖਣੀ ਸਾਹਿਬ ਨੂੰ ਤੇ ਹੁਣ 1.5 ਘੰਟਾ ਲਾਉਣ ਗਈ ਹੈ ਜੇ ਪ੍ਰੇਮ ਨਾ ਕੀਤਾ। ਗਲੋਂ ਲਾਉਣ ਦਾ ਤਰੀਕਾ ਹੁੰਦਾ ਸੰਤਾਂ ਕੋਲੇ ਵੀ ਇਹ ਕੀ ਕਰਦਾ ਬੈਠਾ ਇੱਥੇ। ਉਹਨਾਂ ਦਾ ਇਦਾਂ ਦਾ ਸੁਭਾਅ ਸੀ, ਬਿਰਤੀ ਸੀ। 5-10 ਮਿੰਟ ਵੇਖਿਆ ਫਿਰ ਕਹਿਣਾ ਜਾ ਕੇ ਮੰਦਰ ਮੁੰਦਰ ਵੇਖੋ, ਹੁਣ ਇੱਥੇ ਕੀ ਕਰਦੇ। ਤਾਂ ਅਦਵੈਤਵਾਦ ਦਾ ਪ੍ਰਸੰਗ ਚੱਲ ਪਿਆ। ਸਵਾਮੀ ਵਿਵੇਕਾਨੰਦ ਵੀ ਬੈਠੇ, ਹੋਰ ਸ਼ਿਸ਼ ਵੀ ਬੈਠੇ। ਤਾਂ ਉਹਨਾਂ ਨੇ ਕਥਾ ਕੀਤੀ ਵੀ ਜੀਵ ਤੇ ਈਸ਼ਵਰ ਇੱਕ ਰੂਪ ਹੀ ਨੇ, ਆਤਮਾ ਤੇ ਪਰਮਾਤਮਾ ਇੱਕ ਰੂਪ ਹੀ ਨੇ, ਤੇ ਹਰ ਜਗ੍ਹਾ ਆਤਮਾ ਹੈ ਤੇ ਹਰ ਜਗ੍ਹਾ ਹੀ ਪਰਮਾਤਮਾ ਹੈ। ਪਰਮਾਤਮਾ ਤੋਂ ਬਿਨਾ ਕੁਝ ਨਹੀਂ ਹੈ। ਸਵਾਮੀ ਵਿਵੇਕਾਨੰਦ ਜੀ ਵੈਸੇ ਤਾਂ ਮਖੌਲ ਕਰਦੇ ਸੀ, ਪਰ ਸੰਤਾਂ ਨੂੰ ਮਖੌਲ ਨਹੀਂ ਕਰਨਾ ਚਾਹੀਦਾ ਹੈ। ਪਰ ਉਹਨਾਂ ਸਾਹਮਣੇ ਮਖੌਲ ਨਹੀਂ ਸੀ ਕੀਤਾ। ਪਰ ਇੱਕ ਇਹ ਤੇ ਇੱਕ ਇਹਨਾਂ ਦਾ ਨਾਲ ਦਾ, ਦੋਵੇਂ ਬਾਹਰ ਉੱਠ ਕੇ ਕਥਾ ਤੋਂ ਬਾਅਦ ਕੀ ਕਹਿੰਦੇ ਵੀ ਸਵਾਮੀ ਜੀ ਵੀ ਨਾ ਕਿਹੋ ਜੀ ਕਥਾ ਕਰਦੇ ਆ ਵੀ ਸਭ ਈਸ਼ਵਰੀ ਹੈ। ਜਿਵੇਂ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਵੀ ਕਹਿੰਦੇ ਨੇ ਕਿ ਨੇਤਰੋ ਮੇਰਿਓ ਹਰ ਤੁਮੈ ਜੋਤ ਰਹੀ, ਹਰ ਬਿਨ ਅਵਰ ਨਾ ਦੇਖੋ ਕੋਈ। ਜਿਵੇਂ ਸੁਖਮਨੀ ਸਾਹਿਬ ਚ ਵੀ ਮਹਾਰਾਜ ਕਹਿੰਦੇ ਇੱਕ ਹੈ ਤੇ ਸਗਲਾ ਵਿਸਥਾਰਾ, ਇੱਕ ਤੋਂ ਹੀ ਹੈ ਸਭ ਕੁਝ। ਸਤਿਗੁਰੂ ਜੀ ਨੇ ਤੇ ਬਾਣੀ ਵਿੱਚ ਜਗ੍ਹਾ ਜਗ੍ਹਾ ਤੇ ਸੁਖਮਨੀ ਸਾਹਿਬ ਤਾਂ ਨਿਚੋੜ ਹੈ। ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਇੱਕ ਜਗ੍ਹਾ ਤੇ ਕਹਿੰਦੇ ਆ ਇੱਕ ਗੱਲ ਪੱਕੀ ਪੱਲੇ ਬੰਨ ਲਾ, ਹੋਰ ਭੁੱਲਦੀਆਂ ਭੁੱਲ ਜਾਣ ਕੀ ਘੱਗਾ ਕੱਲ ਮਨੇ ਇਹ ਬਿਨ ਹਰ ਦੂਸਰ ਨਾ ਹੈ। ਉਹਦੇ ਤੋਂ ਬਿਨਾ ਹੈ ਹੀ ਨਹੀਂ ਕੋਈ, ਇਹ ਗੱਲ ਚੰਗੀ ਤਰ੍ਹਾਂ ਪੱਲੇ ਬੰਨ ਲਓ, ਨਾ ਹੋਆ ਨਾ ਹੋਵ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਬਾਣੀ ਦੇ ਵਿੱਚ, ਤਾਂ ਉਹ ਬਾਹਰ ਉੱਠ ਕੇ ਸਵਾਮੀ ਵਿਵੇਕਾਨੰਦ ਜੀ ਕਹਿਣ ਲੱਗੇ ਸਵਾਮੀ ਜੀ ਵੀ ਕੀ ਕਰਦੇ, ਗੁਰੂ ਜੀ ਵੀ ਕੀ ਕਰਦੇ, ਸਭ ਈਸ਼ਵਰ ਆ। ਤੇ ਮਖੌਲ ਕਰਨ ਲੱਗ ਪਏ ਦੋਵੇਂ ਜਾਣੇ। ਲੋਟਾ ਵੀ ਈਸ਼ਵਰ ਆ, ਕੜਾਈ ਵੀ ਈਸ਼ਵਰ ਆ, ਪਲਟਾ ਵੀ ਈਸ਼ਵਰ ਆ, ਲੋਹ ਵੀ ਈਸ਼ਵਰ ਆ, ਦਰਖਤ ਵੀ ਈਸ਼ਵਰ ਆ। ਹੁਣ ਕਹਿਣਾ ਨਹੀਂ ਚਾਹੀਦਾ ਜੋ ਦਿਖਦਾ ਸੋ ਈਸ਼ਵਰ, ਜੋ ਦਿਸੇ ਸੋ ਤੇਰਾ ਰੂਪ। ਹੱਸ ਪਏ ਦੋਵੇਂ ਜਾਣੇ, ਇੱਕ ਇਹ ਤੇ ਇੱਕ ਇਹਨਾਂ ਦੇ ਨਾਲ ਦਾ। ਕਿੱਡੀ ਈਸ਼ਵਰਾਂ ਦੀ ਇਹਨਾਂ ਨੇ ਭੀੜ ਲਾਈ ਆ। ਈਸ਼ਵਰ ਤੇ ਇਦਾਂ ਚੁੱਕੀ ਫਿਰਦੇ ਜਿੱਦਾਂ ਸੇਲ ਲੱਗੀ ਹੁੰਦੀ ਆ, ਵੀ ਈਸ਼ਵਰ ਤੇ ਉਹ ਵੀ ਈਸ਼ਵਰ, ਇਹ ਵੀ ਈਸ਼ਵਰ ਤੇ ਉਹ ਵੀ ਈਸ਼ਵਰ। ਅਚਨਚੇਤ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਉੱਥੇ ਆ ਗਏ। ਮਹਾਰਾਜ ਲਿਆਉਣ ਵਾਲਾ, ਜਿਹਨੂੰ ਕੁਝ ਦੇਣਾ, ਜੇ ਨਾ ਦੇਣਾ ਹੁੰਦਾ ਤੇ ਉੱਥੇ ਨਾ ਹੀ ਆਉਂਦੇ। ਪਰ ਵਿਵੇਕਾਨੰਦ ਜੀ ਨਾਲ ਪ੍ਰੇਮ ਸੀ, ਤੇ ਜਿਹਦੇ ਨਾਲ ਪ੍ਰੇਮ ਹੋਵੇ ਉਹਦੀਆਂ ਗਲਤੀਆਂ ਨਹੀਂ ਵੇਖੀਆਂ ਜਾਂਦੀਆਂ। ਤੇ ਕਹਿੰਦੇ ਕਿਹੜੀ ਗੱਲੋਂ ਹੱਸਦੇ ਪਏ ਆ ਬਈ ਇੰਨਾ ਉੱਚੀ ਉੱਚੀ, ਮੈਨੂੰ ਦੱਸੋ ਹੱਸਣ ਵਾਲੀ ਕਿਹੜੀ ਗੱਲ ਹੈ। ਦੋਵੇਂ ਡਰ ਗਏ, ਚੁੱਪ ਹੋ ਗਏ। ਉਦਾਂ ਵੈਸੇ ਹੀ ਉਹਨਾਂ ਅਚਨਚੇਤ ਪ੍ਰੇਮ ਨਾਲ ਸਵਾਮੀ ਵਿਵੇਕਾਨੰਦ ਦੇ ਸਿਰ ਤੇ ਹੱਥ ਰੱਖਿਆ। ਵਾਹਿਗੁਰੂ ਪਰਮੇਸ਼ਰ ਕਿਰਪਾ ਕਰਨ ਵਾਲਾ ਹੈ। ਹੱਥ ਦੇ ਲੱਗਣ ਦੇ ਨਾਲ ਹੀ ਵਿਵੇਕਾਨੰਦ ਜੀ ਦੀ ਸੁਸ਼ਮਾ ਨਾੜੀ ਦਾ ਪ੍ਰਵਾਹ ਚੱਲ ਪਿਆ। ਗੁਰਬਾਣੀ ਨੇ 3 ਮੰਨੀਆਂ, ਇੜਾ, ਪਿੰਗਲਾ ਤੇ ਸੁਸ਼ਮਨਾ। ਗੁਰਬਾਣੀ ਨੇ ਅਧਿਆਤਮਵਾਦ, ਰੂਹਾਨੀਅਤ ਮੰਨੀ ਹੈ। ਉਹ ਵੱਖਰੀ ਗੱਲ ਹੈ ਕਿ ਗੁਰਬਾਣੀ ਵਿੱਚ ਭਗਤੀ ਦੀ ਪ੍ਰਧਾਨਤਾ ਹੈ। ਜਿਹੜੀਆਂ ਜਦੋਂ ਸੁਸ਼ਮਾ ਨਾੜੀ ਦਾ ਸੰਤ ਸਾਧੂ ਦੱਸਦੇ ਨੇ, ਸੁਣਿਆ ਹੈ ਜਾਂ ਗ੍ਰੰਥਾਂ 'ਚ ਪੜ੍ਹਿਆ ਵੀ ਜਦੋਂ ਸੁਸ਼ਮਾ ਨਾੜੀ ਦਾ ਪ੍ਰਵਾਹ ਚੱਲ ਪੈਂਦਾ ਹੈ ਤਾਂ ਜਿਹੜੀ ਇੰਦਰੀਆਂ ਦੀ ਬਾਹਰ ਮੁਖਤਾ ਹੁੰਦੀ ਨਾ, ਉਹ ਅੰਤਰਮੁਖਤਾ ਹੋ ਜਾਂਦੀ ਹੈ। ਤੇ ਧਿਆਨ, ਸੁਰਤੀ, ਬਿਰਤੀ ਇਦਾਂ ਧੱਸਦੀ ਜਾਂਦੀ ਹੈ ਜਿਵੇਂ ਆਪਾਂ ਕਿੱਲ ਲੱਕੜ ਦੇ ਵਿੱਚ ਧਸਾ ਦਿੰਦੇ, ਇਦਾਂ ਮੱਥੇ ਦੇ ਵਿੱਚ ਖੁੱਭਦੀ ਜਾਂਦੀ ਹੈ। ਇਦਾਂ ਸੰਤ ਸਾਧੂਆਂ ਗ੍ਰੰਥਾਂ 'ਚ ਲਿਖਿਆ, ਤੇ ਕਈ ਦੱਸਦੇ ਵੀ ਨੇ ਮਹਾਤਮਾ। ਅੱਗੇ ਵਾਹਿਗੁਰੂ ਜਾਣੇ ਜਾਂ ਗੁਰੂ ਸਾਹਿਬ ਜਾਣਦੇ ਹੋਣਗੇ।
ਤਾਂ ਬਿਰਤੀ ਅੰਦਰ ਚਲੇ ਗਈ। ਹੁਣ ਜਦੋਂ ਬਿਰਤੀ ਅੰਦਰ ਹੋ ਗਈ, ਦਿਵ ਦ੍ਰਿਸ਼ਟੀ ਖੁੱਲੀ, ਤਾਂ ਕੀ ਦੇਖਦੇ ਨੇ ਵੀ ਜਿੰਨੇ ਵੀ ਸੰਸਾਰ ਦੇ ਪਦਾਰਥ ਨੇ ਉਹ ਸਾਰੇ ਇੱਕ ਪ੍ਰਕਾਸ਼ ਵਿੱਚ ਤਬਦੀਲ ਹੁੰਦੇ ਜਾ ਰਹੇ। ਉਹ ਪ੍ਰਕਾਸ਼ ਜਿਹੜੇ ਨੇ ਨਿੱਕੇ ਨਿੱਕੇ ਪ੍ਰਕਾਸ਼ ਪਦਾਰਥਾਂ ਦੇ, ਉਹ ਸਾਰੇ ਇੱਕ ਵੱਡੇ ਪਦਾਰਥ 'ਚ ਜਾ ਕੇ ਲੀਨ ਹੋਈ ਜਾਂਦੇ ਨੇ ਤੇ ਅਖੀਰ ਤੇ ਇੱਕ ਪਦਾਰਥ ਹੀ ਰਹਿ ਜਾਂਦਾ ਹੈ, ਇੱਕ ਵਸਤੂ ਰਹਿ ਜਾਂਦਾ ਜਿਹੜਾ ਪ੍ਰਕਾਸ਼ ਦਾ ਪੁੰਜ ਹੈ। ਸਭ ਉੱਚ ਹੀ ਲੀਨ ਹੋ ਰਹੇ ਨੇ ਤੇ ਸਭ ਉਤੋਂ ਹੀ ਪੈਦਾ ਹੋ ਰਹੇ ਨੇ। ਇੱਕ ਹੈ ਤੇ ਸਗਲਾ ਵਿਸਥਾਰਾ, ਏਕੋ ਹਮ ਬਹੁ ਸਿਆਮਾ ਪਰਜਾ, ਇਹ ਇੱਕ ਤੋਂ ਹੀ ਸਭ ਕੁਝ ਹੋ ਰਿਹਾ ਹੈ। ਜਦੋਂ ਇਹ ਉਹਨਾਂ ਦੀ ਅਵਸਥਾ ਬਣ ਗਈ, ਉਹਨਾਂ ਦੇ ਹੱਥ ਰੱਖਣ ਨਾਲ, ਕਿਉਂ ਸਾਧੂ ਦੀ ਖੁਸ਼ੀ ਹੋਵੇਗੀ, ਸਾਧੂ ਦੀ ਪ੍ਰਸੰਨਤਾ ਹੋਵੇਗੀ, ਤਾਂ ਉਹ ਦੱਸਦੇ ਨੇ ਸਵਾਮੀ ਵਿਵੇਕਾਨੰਦ ਜੀ ਵੀ 6 ਮਹੀਨੇ ਮੇਰੀ ਇਹ ਅਵਸਥਾ ਰਹੀ ਹੈ। ਇਹ ਸਭ ਇੱਕ ਹੀ ਹੈ, ਇੱਕ ਤੋਂ ਬਿਨਾ ਕੁਝ ਵੀ ਨਹੀਂ ਹੈ। ਤਾਂ ਉਪਨਿਸ਼ਦਾਂ ਦੇ ਵਿੱਚ ਬੜਾ ਸੋਹਣਾ ਲਿਖਿਆ ਹੈ ਵੀ ਏਕੋ ਦੇਵਾ ਸਰਬਭੂਤੇਸ਼ੂ ਗੂੜਾ, ਸਰਬ ਵਿਆਪੀ ਸਰਬਭੂਤ ਅੰਤਰਾਤਮਾ। ਇੱਕ ਹੀ ਹੈ ਬਸ, ਜਿਹੜਾ ਗੂੜ ਗੁਪਤ ਹੋ ਕੇ ਸਾਰਿਆਂ ਦੇ ਅੰਦਰ ਬੈਠਾ। ਤੂੰ ਹਿਰਦੇ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨਾ ਬੁਝੇ ਗਵਾਰੀ ਹੈ। ਤਾਂ ਇਹਨੂੰ ਕੀ ਕਹਿੰਦੇ? ਇੱਕ ਓੰਕਾਰ ਸਤਿਗੁਰ ਪ੍ਰਸਾਦ। ਐਸਾ ਜਿਹੜਾ ਇੱਕ ਪਰਮਾਤਮਾ ਹੈ, ਅਦਵੈਤ ਸਰੂਪ ਪਰਮਾਤਮਾ ਹੈ, ਸੂਖਸ਼ਮ ਤੇ ਸੂਖਸ਼ਮ ਪਰਮਾਤਮਾ ਹੈ, ਓੰਕਾਰ ਰੱਖਿਆ ਕਰਨ ਵਾਲਾ ਪਰਮਾਤਮਾ ਹੈ, ਹਰ ਜਗ੍ਹਾ ਬੈਠਾ ਹੋਇਆ ਫੈਲਿਆ ਹੋਇਆ ਪਰਮਾਤਮਾ ਹੈ, ਮੰਗਲ ਰੂਪ ਓੰਕਾਰ ਪਰਮਾਤਮਾ ਹੈ। ਉਹ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਕਰਕੇ ਮਿਲਦਾ ਹੈ। ਆਪਣੇ ਆਪ ਨਹੀਂ ਉਹ ਪ੍ਰਾਪਤ ਹੁੰਦਾ ਜਿੰਨਾ ਚਿਰ ਪੂਰੇ ਗੁਰੂ ਦੇ ਚਰਨ ਨਾ ਫੜੀਏ। ਇਹ ਤਾਂ ਗੁਰਬਾਣੀ 'ਚ ਲਿਖਿਆ ਹੈ ਵੀ ਗੁਰੂ ਦੀ ਕਿਰਪਾ ਤਾਰ ਦਿੰਦੀ, ਅਮੈ ਦ੍ਰਿਸ਼ਟ ਸੁਭ ਕਰੇ। ਅੰਮ੍ਰਿਤ ਰੂਪ ਨਿਗਾਹ ਹੈ ਉਹਨਾਂ ਦੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਅੰਮ੍ਰਿਤ ਰੂਪ ਨਿਗਾਹ ਅਮੈ ਦ੍ਰਿਸ਼ਟ ਸੁਭ ਕਰੇ, ਹਰੇ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ, ਸਭੈ ਬਲ। ਇਹ ਗੁਰੂ ਦੀ ਨਿਗਾਹ 'ਚ ਬਰਕਤ ਹੈ। ਭਾਵੇਂ ਕਿ ਸਮਾਂ ਜ਼ਿਆਦਾ ਹੋਈ ਜਾਂਦਾ ਹੈ ਤੇ ਮੇਰੇ ਹਿਸਾਬ ਦਾ ਮੰਗਲ ਦੀ ਕਥਾ ਹੀ ਮਸਾਂ ਪੂਰੀ ਕਰਾਂਗੇ ਜੇ ਵਿਸਥਾਰ ਦੇ ਨਾਲ ਕਰਾਂਗੇ। ਤੇ ਪ੍ਰਸਾਦ ਤੇ ਗੁਰੂ ਦੀ ਕਿਰਪਾ ਤੇ ਵੀ ਬੇਅੰਤ ਪ੍ਰਮਾਣ ਨੇ। ਗੁਰ ਇਤਿਹਾਸ ਗੁਰਬਾਣੀ ਨੂੰ, ਗੁਰੂ ਸਾਹਿਬ ਦੀਆਂ ਸਾਖੀਆਂ, ਮਹਾਤਮਾ ਦੀਆਂ ਸਾਖੀਆਂ ਸਮਝਣ ਦੇ ਵਿੱਚ ਸੌਖਾ ਕਰ ਦਿੰਦੀਆਂ ਹਨ। ਸੌਖੀ ਸਮਝ ਪੈ ਜਾਂਦੀ ਹੈ। ਗੁਰੂ ਕਿਰਪਾ ਕਰੇ ਫੇਰ ਕਾਮ ਕ੍ਰੋਧ ਵਸ 'ਚ ਆਉਂਦੇ ਨੇ, ਵੈਸੇ ਨਹੀਂ ਵਸ 'ਚ ਆਉਂਦੇ। ਆਪਣੇ ਜ਼ੋਰ ਨਾਲ ਵਸ 'ਚ ਨਹੀਂ ਆਉਂਦੇ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ, ਸਭੈ ਬਲ, ਅਮੈ ਦ੍ਰਿਸ਼ਟ ਸੁਭ ਕਰੇ, ਹਰੇ ਅਗ ਪਾਪ ਮਲ। ਇੱਕ ਬੜੀ ਸੁੰਦਰ ਸਾਖੀ ਗੁਰ ਇਤਿਹਾਸ 'ਚ ਦਰਜ ਹੈ। ਸਾਖੀ ਦਾ ਸਿਰਲੇਖ ਹੈ ਵੀ ਡੱਗੀ ਵਾਲਾ ਵਪਾਰੀ ਤੇ ਸਾਖੀ ਐਸੀ, ਜਗਤ ਗੁਰੂ ਆਪ ਨਾਰਾਇਣ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਕੋਈ ਵਪਾਰੀ ਸਮਾਨ ਵੇਚਦਾ ਪਿਆ ਹੈ, ਸਤਿਗੁਰੂ ਜੀ ਨੇ ਉਹਨੂੰ ਆਖਿਆ ਆਪਣੀ ਗਠੜੀ ਖੋਲ, ਸਾਨੂੰ ਦਿਖਾ ਕੀ ਵੇਚਦਾ ਹੈ। ਉਹਨੇ ਆਖਿਆ ਜੀ ਤੇਲ ਹੈ। ਸ਼੍ਰੀਮਾਨ ਭਾਈ ਸੰਤੋਖ ਸਿੰਘ ਜੀ ਮਹਾਰਾਜ ਨੇ ਜਿਵੇਂ ਲਿਖਿਆ ਲੂਣ ਹੈ, ਰੂਹ ਹੈ। ਫਿਰ ਹੋਰ ਕੀ ਹੈ? ਕਹਿੰਦਾ ਜੀ ਵੱਟੇ ਆ ਤੋਲਣ ਵਾਲੇ।
ਵੱਟੇ ਕਿਹੜੇ ਕਿਹੜੇ ਨੇ, ਤਾਂ ਉਹ ਵੱਟੇ ਦਿਖਾਉਣ ਲੱਗ ਪਿਆ ਕਿ ਮਹਾਰਾਜ ਇਹ ਵੱਟਾ ਪੰਸੇਰੀ ਹੈ, ਇਹ 2 ਸੇਰ ਦਾ ਹੈ, ਇਹ 1 ਸੇਰ ਦਾ ਹੈ, ਤੇ ਹਾ ਜਿਹੜਾ ਸਭ ਤੋਂ ਛੋਟਾ ਹੈ ਇਹ 1 ਪਾਈਏ ਦਾ ਹੈ, ਇਹ ਸਭ ਤੋਂ ਛੋਟਾ ਹੈ। ਸਤਿਗੁਰੂ ਜੀ ਨੇ ਵੱਟਾ ਹੱਥ 'ਚ ਲਿਆ, ਜਿਹੜਾ ਸਭ ਤੋਂ ਛੋਟਾ ਸੀ ਨਾ ਪਾਈਆ। ਮਹਾਰਾਜ ਕਹਿੰਦੇ ਧੰਨ ਪਾਈਆ ਜਿਹਨੇ ਆਪਣੇ ਆਪ ਨੂੰ ਸਭ ਤੋਂ ਨੀਵਾਂ ਛੋਟਾ ਖਵਾਇਆ ਹੈ। ਅੱਜ ਕੱਲ੍ਹ ਤਾਂ ਸਾਰਾ ਸੰਸਾਰ ਜਿਹੜਾ ਹੈ ਉਹ ਕੁਝ ਨਾ ਕੁਝ ਵਡਿਆਈ ਚਾਹੁੰਦਾ ਹੈ। ਇੱਕ ਸੱਜਣ ਦੀ ਮੈਂ ਗੱਲ ਸੁਣੀ ਹੈ, ਉਹਨੂੰ ਉੱਦਾਂ ਕੋਈ ਵੇਖੇ ਨਾ ਵਡਿਆਈ ਨਾ ਮਿਲੀ, ਉਹਨੇ ਚੁੱਕ ਕੇ ਮਾਂ ਪਿਓ ਤੇ ਕੇਸ ਕਰਤਾ, ਵਕੀਲ ਸੀ, ਵੀ ਮੇਰੀ ਵੀਡੀਓ ਜ਼ਿਆਦਾ ਚੱਲੇ। ਮੈਨੂੰ ਜੰਮਣ ਤੋਂ ਪਹਿਲਾਂ ਇਹਨਾਂ ਪੁੱਛਿਆ ਨਹੀਂ, ਆਹ ਕੇਸ ਕੀਤਾ ਵਾ, ਤੁਸੀਂ ਪੜ੍ਹ ਲਓ, ਇੰਡੀਆ ਦੀ ਅਖਬਾਰਾਂ 'ਚ ਛਪਿਆ। ਮੈਨੂੰ ਜੰਮਣ ਤੋਂ ਪਹਿਲਾਂ ਇਹਨਾਂ ਪੁੱਛਿਆ ਨਹੀਂ ਸੀ। ਇੱਥੇ ਕਿਤੇ ਪੰਜਾਬ 'ਚ ਹੁੰਦਾ ਤੇ ਕਿਸੇ ਜੱਟ ਦੇ ਘਰ ਜੰਮਿਆ ਹੁੰਦਾ, ਉਹਨੇ ਛਿੱਤਰ ਲਾ ਲੈਣਾ ਸੀ, ਵੀ ਦੱਸਦਾ ਤੈਨੂੰ ਪਤਾ। ਇੱਧਰ ਦੀ ਗੱਲ ਹੈ, ਸਾਊਥ ਇੰਡੀਆ ਦੀ ਗੱਲ ਹੈ, ਕੇਸ ਕਰਤਾ ਹੈ। ਬਸ ਮਸ਼ਹੂਰੀ ਚਾਹੀਦੀ ਹੈ, ਭਾਵੇਂ ਮਾਂ ਨੂੰ ਵਰਤਣਾ ਪੈ ਜੇ, ਭਾਵੇਂ ਘਰ ਵਾਲੀ ਨੂੰ ਵਰਤਣਾ ਪੈ ਜੇ, ਕੁਝ ਕਰਨਾ ਪੈ ਜੇ, ਮਸ਼ਹੂਰੀ ਚਾਹੀਦੀ ਹੈ ਇਹਨਾਂ। ਮਹਾਰਾਜ ਕਹਿੰਦੇ ਧੰਨ ਪਾਈਆ ਜਿਹਨੇ ਸਭ ਤੋਂ ਆਪਣੇ ਆਪ ਨੂੰ ਨੀਵਾਂ ਖਵਾਇਆ ਹੈ। ਜਦੋਂ ਇੰਨੀ ਗੱਲ ਸੁਣੀ ਤੇ ਵੱਟਾ ਹੱਥ 'ਚ ਫੜ ਕੇ ਪਾਈਏ ਦਾ ਤੇ ਨਿਗਾਹ ਮਹਾਰਾਜ ਨੇ ਮਾਰੀ ਨਾ ਵਪਾਰੀ ਤੇ, ਜਿੱਦਾਂ ਕਿਸੇ ਨੇ ਸਰੀਰ ਦੇ ਵਿੱਚ ਦੀ ਕੱਢਤਾ ਹੋਵੇ ਕੁਝ। ਇੱਕ ਵਾਰੀ ਕੰਬ ਗਿਆ, ਹਿੱਲ ਗਿਆ ਸਾਰਾ, ਤੇ ਸੋਚੀ ਪੈ ਗਿਆ ਇਹ ਸੌਦਾ ਖਰੀਦਣ ਵਾਲੇ ਨਹੀਂ, ਇਹ ਤੇ ਕੋਈ ਸੰਤ ਆ, ਬੜਾ ਸੌਦਾ ਵੇਚਿਆ ਸਾਰੀ ਉਮਰ, ਪਰ ਇਹੋ ਜੀ ਗੱਲ, ਐਸੀ ਗਜਬ ਦੀ ਗੱਲ, ਐਸਾ ਗਜਬ ਦਾ ਬੋਲ, ਇਹ ਤਾਂ ਬੋਲਿਆ ਹੀ ਕਿਸੇ ਨੇ ਨਹੀਂ। ਪਿਓ ਦੀ ਵੀ ਉਮਰ ਲੰਘ ਗਈ ਹੈਗਾ, ਸਾਡੀ ਵੀ ਲੰਘ ਚਲੀ, ਵੇਚਦਿਆਂ ਦੀ ਖਰੀਦਦਿਆਂ ਦੀ। ਕਿਸੇ ਨੇ ਨਹੀਂ ਕਿਹਾ ਧੰਨ ਭਾਈਆ ਜਿਹਨੇ ਸਭ ਤੋਂ ਆਪਣੇ ਆਪ ਨੂੰ ਨੀਵਾਂ ਖਵਾਇਆ ਹੈ। ਤਾਂ ਉਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਫਿਰ ਵੀ ਇਹ ਕੋਈ ਮਹਾਤਮਾ ਵਾਂ, ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਾਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਉਹਨੇ ਹੱਥ ਜੋੜ ਲਏ। ਸਤਿਗੁਰੂ ਜੀ ਉਹਦੀ ਨਿਮਰਤਾ ਵੇਖ ਕੇ, ਉਹਦਾ ਸਬਰ ਵੇਖ ਕੇ, ਸੰਤੋਖ ਵੇਖ ਕੇ, ਉਹਦੀ 10 ਨੌਹਾਂ ਦੀ ਮਿਹਨਤ ਵੇਖ ਕੇ, ਇਮਾਨਦਾਰੀ ਵੇਖ ਕੇ, ਸਤਿਗੁਰੂ ਇੰਨੇ ਪ੍ਰਸੰਨ ਹੋਏ, ਉਹਦੇ ਸੀਸ ਤੇ ਹੱਥ ਰੱਖਤਾ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ। ਬਸ ਹੱਥ ਰੱਖਣ ਦੀ ਦੇਰ ਸੀ, ਉਹਨੂੰ 3 ਲੋਕਾਂ ਦਾ ਗਿਆਨ ਹੋ ਗਿਆ। ਸਮਰੱਥ ਪੁਰਖ ਹੋ ਗਿਆ, ਦਿਵ ਦ੍ਰਿਸ਼ਟੀ ਵਾਲਾ ਹੋ ਗਿਆ, ਆਤਮ ਸਰੂਪ ਦਾ ਗਿਆਨ ਹੋ ਗਿਆ, ਜਿਹਨੂੰ ਆਤਮਾ ਦਾ ਗਿਆਨ ਹੋ ਗਿਆ, ਉਹਨੂੰ ਬ੍ਰਹਮ ਦਾ ਅਪਰੋਕਸ਼ ਹੋ ਗਿਆ। ਬ੍ਰਹਮ ਦਾ ਅਪਰੋਕਸ਼ ਹੋਇਆ, ਜੰਮਣ ਮਰਨ ਤੋਂ ਰਹਿਤ ਹੋਇਆ। ਬ੍ਰਹਮ ਦਾ ਅਪਰੋਕਸ਼ ਹੋਇਆ ਤੇ ਆਨੰਦ ਸਰੂਪ ਵਿੱਚ ਸੁਰਤੀ ਬਿਰਤੀ ਲੀਨ ਹੋ ਗਈ। ਜਿਵੇਂ ਸਰਮੱਧ ਸਾਹਿਬ ਕਹਿੰਦੇ ਨਾ, ਜਦੋਂ ਤੋਂ ਉਹ ਮਿਲਿਆ, ਜਦੋਂ ਤੋਂ ਪਰਮੇਸ਼ਰ ਮਿਲਿਆ, ਉਹਦੇ ਬਾਅਦ ਹੁਣ ਦੁਨੀਆ ਦੀ ਅਹਿਮਦ ਖਸਖਸ ਦੇ ਦਾਣੇ ਤੋਂ ਵੱਧ ਮੇਰੀ ਨਿਗਾਹ 'ਚ ਕੁਝ ਵੀ ਨਹੀਂ ਹੈ। ਤੇ ਗੁਰਬਾਣੀ ਵੀ ਕਹਿੰਦੀ ਹੈ ਵੀ ਜਦੋਂ ਇਹ ਰਸ ਦੀ ਪ੍ਰਾਪਤੀ ਹੋਵੇ, ਫਿਰ ਉਹ ਰਸ ਚੰਗੇ ਨਹੀਂ ਲੱਗਦੇ। ਸੰਸਾਰ ਦੇ ਜਿਹੜੇ ਵਿਸ਼ੇ ਨੇ, ਤਾਂ ਗੁਰੂ ਅੰਗਦ ਦੇਵ ਸਾਹਿਬ ਇਹ ਸਾਖੀ ਸੁਣਦੇ ਪਏ ਸੀ ਤੇ ਖਡੂਰ ਸਾਹਿਬ ਦੀ ਗੱਲ ਹੈ, ਤਪਿਆਣਾ ਸਾਹਿਬ, ਭਾਈ ਬਾਲਾ ਜੀ ਮਹਾਰਾਜ ਨੂੰ ਜੀਵਨ ਸੁਣਾ ਰਹੇ, ਗੁਰੂ ਸਾਹਿਬ ਸੁਣ ਰਹੇ, ਤੇ ਗੁਰੂ ਸਾਹਿਬ ਕਹਿਣ ਲੱਗੇ, ਗੁਰੂ ਅੰਗਦ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ ਐਸੇ ਸਮਰੱਥ,
ਉਹਨੇ ਵਪਾਰੀ ਨੇ ਨਾ ਕੋਈ ਸੇਵਾ ਕੀਤੀ, ਨਾ ਕੋਈ ਜਪ ਤਪ ਕੀਤਾ, ਮਹਾਰਾਜ ਨੇ ਉਦਾਂ ਹੀ ਸਭ ਕੁਝ ਦੇਤਾ ਉਹਨੂੰ। ਤਾਂ ਭਾਈ ਬਾਲਾ ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਦੇ ਪਿਆਰੇ ਗੁਰੂ ਅੰਗਦ ਦੇਵ ਮਹਾਰਾਜ ਦਾਸ ਨੇ ਵੀ ਇਹੀ ਸਵਾਲ ਕੀਤਾ ਸੀ, ਇਹਨੇ ਤੇ ਕੁਝ ਕੀਤਾ ਨਹੀਂ, ਤੁਸੀਂ ਸਭ ਕੁਝ ਇਹਨੂੰ ਦੇਤਾ। ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਆਖਿਆ, ਭਾਈ ਇਹ ਪਿਛਲੇ ਜਨਮਾਂ ਦਾ ਬੜਾ ਵੱਡਾ ਭਜਨੀਕ ਪੁਰਸ਼ ਹੈ। ਇਹਨੇ ਜਪ ਤਪ ਪੁੰਨ ਦਾਨ ਸ਼ੁਭ ਕਰਮ ਸਾਰੇ ਕੀਤੇ ਨੇ ਨਿਸ਼ਕਾਮ ਭਾਵ ਨਾਲ। ਜਿਵੇਂ ਦੀਵਾ ਵੀ ਹੋਵੇ, ਤੇਲ ਵੀ ਹੋਵੇ, ਬੱਤੀ ਵੀ ਹੋਵੇ, ਸਭ ਕੁਝ ਤਿਆਰ ਹੋਵੇ, ਚਾਨਣ ਦਾ ਸਮਾਨ ਹੋਵੇ, ਤੇ ਸਿਰਫ ਅੱਗ ਲਾਉਣ ਦੀ ਲੋੜ। ਮਾਚਿਸ ਨਾਲ ਤੀਲੀ ਬਾਲੋ ਤੇ ਅੱਗ ਲਾਓ, ਬਾਕੀ ਸਮਾਨ ਤਿਆਰ ਹੈ। ਤੇ ਉਸੇ ਵੇਲੇ ਚਾਨਣ ਹੋ ਜਾਂਦਾ ਹੈ। ਇਹਦੇ ਕੋਲ ਸਭ ਕੁਝ ਸੀ, ਬਸ ਇਹਨੂੰ ਕਿਰਪਾ ਦੀ ਲੋੜ ਸੀ ਕਿਸੇ ਮਹਾਪੁਰਸ਼ ਦੀ, ਕਿਸੇ ਮਹਾਤਮਾ ਦੀ। ਤੇ ਦੂਸਰੇ ਬੰਨੇ ਗੁਰੂ ਪੂਰਾ ਹੋਵੇ, ਮਹਾਂਪੁਰਖ ਪੂਰਾ ਹੋਵੇ, ਉਹ ਕਿਰਪਾ ਦਿੰਦਾ ਪਿਆ ਹੈ, ਪਰ ਅੱਗੇ ਸਮਾਨ ਹੀ ਤਿਆਰ ਨਹੀਂ, ਨਾ ਦੀਵਾ ਵਾ, ਨਾ ਤੇਲ ਆ, ਨਾ ਬੱਤੀ ਆ। ਫਿਰ ਕਹਿੰਦੇ ਸਾਡਾ ਕੰਮ ਨਹੀਂ ਹੋਇਆ, ਫਿਰ ਕਹਿੰਦੇ ਸਾਨੂੰ ਪਾਠ ਕੀਤਿਆਂ ਮਿਲਿਆ ਕੁਝ ਨਹੀਂ। ਸਮਾਨ ਵੀ ਪੂਰਾ ਹੋਵੇ, ਸਾਧਨਾ ਵੀ ਪੂਰੀ ਹੋਵੇ, ਗੁਰੂ ਵੀ ਪੂਰਾ ਹੋਵੇ। ਇਹ ਸਾਖੀ ਦਾ ਭਾਵ ਕੀ ਹੈ? ਇਹ ਨਿਸ਼ਕਾਮ ਭਾਵ ਨਾਲ ਸੇਵਾ ਸਿਮਰਨ ਨਿਤਨੇਮ ਕਰਦੇ ਰਹਿਣਾ ਚਾਹੀਦਾ ਹੈ। ਇੱਕ ਦਿਨ ਗੁਰੂ ਕਿਰਪਾ ਕਰੇਗਾ, ਪੂਰਨ ਗੁਰੂ ਪੂਰੇ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਨਗੇ ਤੇ ਚਾਨਣ ਹੋਵੇਗਾ। ਤਾਂ ਏਡੀ ਵੱਡੀ ਤਾਕਤ ਕਿਹਦੇ ਵਿੱਚ ਆ? ਗੁਰੂ ਦੀ ਕਿਰਪਾ 'ਚ। ਪਰਮਾਤਮਾ ਮਿਲੇਗਾ ਪਰ ਗੁਰੂ ਕਿਰਪਾ ਨਾਲ, ਬਿਨਾਂ ਗੁਰੂ ਕਿਰਪਾ ਤੋਂ ਨਹੀਂ ਮਿਲੇਗਾ। ਤਾਂ ਇਸ ਕਰਕੇ ਮਹਾਰਾਜ ਕੀ ਕਹਿੰਦੇ ਹਨ? ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਕਹਿੰਦੇ ਨੇ ਸੁਭਾਏਮਾਨ ਨੂੰ, ਸ੍ਰੇਸ਼ਟ ਨੂੰ, ਰਿੱਧੀਆਂ ਸਿੱਧੀਆਂ ਦੇ ਮਾਲਕ ਨੂੰ, ਸ਼੍ਰੀ ਯੁੱਤ ਸ਼੍ਰੋਮਣੀ ਨੂੰ। ਵਾਹਿਗੁਰੂ ਜੀ ਕੀ ਫਤਿਹ। ਵਾਹਿਅੰਤੀ ਨਿਰਵਾਹਿਅੰਤੀ ਇਤੀ ਵਾਹਾ ਬ੍ਰਹਮ ਆਦਿਆ। ਜਿਹੜਾ ਪੈਦਾ ਕਰੇ, ਪਾਲੇ ਤੇ ਫਿਰ ਲੈ ਕਰ ਲੈ, ਸੰਘਾਰ ਕਰ ਲੈ, ਉਹਨੂੰ ਵਾਹ ਕਹਿੰਦੇ ਹਨ। ਉਹ ਕੌਣ? ਸਰਵ ਸ਼੍ਰੋਮਣੀ, ਉਹਨਾਂ ਦਾ ਗੁਰੂ ਕੌਣ? ਅਕਾਲ ਪੁਰਖ ਵਾਹਿਗੁਰੂ, ਜਿਸ ਦੀ ਹਮੇਸ਼ਾ ਹੀ ਫਤਿਹ ਹੈ। ਜੈਕਾਰ ਕੀਓ ਧਰਮੀਆਂ ਕਾ। ਵਾਹਿਗੁਰੂ ਦੇ ਨਾਮ ਵਾਲੇ ਦੀ ਫਤਿਹ ਹੋਵੇਗੀ। ਹੋਰ ਵੀ ਬੜੇ ਮਹਾਂਪੁਰਸ਼ਾਰਥ ਕੀਤੇ ਨੇ। ਜਾਪ ਕਿਰਿਆ ਵਿਸ਼ੇਸ਼, ਜਪਣੇ ਯੋਗ। ਜਿਹੜਾ ਜਪਣੇ ਯੋਗ ਹੋਵੇ ਉਹਨੂੰ ਜਾਪ ਕਹਿੰਦੇ ਨੇ। ਜਾਂ ਜਾਪ ਕੀ ਹੈ? ਬਾਣੀ ਦਾ ਨਾਮ ਸੰਗਿਆ, ਜਾਂ ਪੁਰਾਣੇ ਸਿੰਘ ਅਕਾਲ ਸਹੰਸਰ ਵੀ ਕਹਿੰਦੇ ਨੇ, ਪੁਰਾਤਨ ਸਿੱਖ। ਜਾਂ ਭਾਵ ਅਰਥ ਲਿਆ ਜਾਂਦਾ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜਾਪ ਕੀਤਿਆਂ ਪਵਿੱਤਰ ਹੋ ਜਾਈਦਾ ਹੈ। ਪਵਿੱਤਰ ਉਹ ਕਰ ਸਕਦਾ ਜਿਹੜਾ ਆਪ ਪਵਿੱਤਰ ਹੋਵੇ। ਇਸ ਕਰਕੇ ਜਾਪ ਦਾ ਅਰਥ ਕੀ ਹੋ ਗਿਆ? ਪਵਿੱਤਰ। ਜੇ ਸ਼ਬਦ ਉਲਟੇ ਕਰ ਦਈਏ ਫਿਰ ਪੂਜਨੀਕ। ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ। ਸ਼੍ਰੀ ਸੁਭਾਏਮਾਨ ਸ਼੍ਰੋਮਣੀ। ਮੁੱਖ ਚਿਹਰਾ ਹੋ ਗਿਆ, ਬਾਗ ਬਚਨ ਹੋ ਗਏ। ਪਾਤਸ਼ਾਹੀ, ਪਾਤ ਫਾਰਸੀ 'ਚ ਕਹਿੰਦੇ ਰਾਜ ਸਿੰਘਾਸਣ ਨੂੰ, ਸ਼ਾਹ ਕਹਿੰਦੇ ਬਾਦਸ਼ਾਹ ਨੂੰ। ਫਾਰਸੀ ਦੇ ਵਿੱਚ ਪਾਤਸ਼ਾਹੀ।
ਗੁਰਮੁਖੀ ਚ ਪਾਤ ਸਾਹੀ। 10ਵੀਂ, ਸੱਚੀ ਬਾਦਸ਼ਾਹੀ ਕੀ ਹੈ, ਗੁਰਤਾ ਗੱਦੀ ਦੇ ਮਾਲਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਉਹਨਾਂ ਦੇ ਵਾਕ ਬਚਨ ਹਨ, ਬਾਣੀ ਹੈ, ਜਿਹੜੇ ਸਰਵ ਸ਼੍ਰੋਮਣੀ ਨੇ ਉਹਨਾਂ ਦੇ ਸੋਹਣੇ ਮੁਖ ਤੋਂ ਇਹ ਪ੍ਰਕਾਸ਼ ਹੋਈ ਹੈ ਸਿੱਖਾਂ ਦੇ ਭਲੇ ਵਾਸਤੇ। ਸੋ ਅੱਗੇ ਆਉਣ ਵਾਲੇ ਸ਼ਨੀਵਾਰ ਇਸ ਤੋਂ ਅੱਗੇ ਕਥਾ ਆਰੰਭ ਹੋਵੇਗੀ ਪਹਿਲੇ ਛੰਦ ਦੀ, ਜਿਸ ਦਾ ਨਾਮ ਹੈ ਛਪੈ ਛੰਦ ਤੋਂ ਪ੍ਰਸਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਲੇਖਕ ਅਤੇ ਨ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।